ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਮੈਂ ਤੁਹਾਡਾ ਆਪਣਾ ਅਧਿਆਪਕ ਜਸਵੀਰ ਸਿੰਘ SS ਮਾਸਟਰ ਗਵਰਨਮੈਂਟ ਹਾਈ ਸਕੂਲ ਰੁਕਣਾ ਕਾਸਮ। ਹਾਂਜੀ ਬੇਟੇ, ਜਮਾਤ 9ਵੀਂ ਵਿਸ਼ਾ ਸਮਾਜਿਕ ਵਿਗਿਆਨ, ਉਸ ਦੇ ਵਿੱਚ ਆਪਾਂ ਪਾਠ 10 ਨਾਗਰਿਕ ਸ਼ਾਸਤਰ ਦਾ ਲੋਕਤੰਤਰ ਦਾ ਅਰਥ ਅਤੇ ਮਹੱਤਵ ਬਾਰੇ ਪੜ੍ਹ ਰਹੇ ਹਾਂ। ਤਾਂ ਅੱਜ ਬੇਟੇ ਆਪਾਂ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਨੇ ਉਹਨਾਂ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਲੋਕਤੰਤਰ ਵਿੱਚ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈ, ਕਿਉਂਕਿ ਭਾਰਤ ਇੱਕ ਲੋਕਤੰਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਤਾਂ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਨੇ ਉਹ ਇਸ ਪ੍ਰਕਾਰ ਹਨ। ਖੇਤਰੀਵਾਦ ਦੀ ਭਾਵਨਾ ਲੋਕਾਂ ਦੀ ਸੋਚ ਨੂੰ ਸੰਕੀਰਨ ਬਣਾ ਦਿੰਦੀ ਹੈ, ਜਿਸ ਨਾਲ ਰਾਸ਼ਟਰੀ ਏਕਤਾ ਭੰਗ ਹੁੰਦੀ ਹੈ। ਸੰਕੀਰਨ ਤੋਂ ਭਾਵ ਕਿ ਇੱਕ ਖੇਤਰ ਤੱਕ ਸੀਮਿਤ ਕਰ ਦੇਣਾ, ਜਿਵੇਂ ਕਿ ਪੰਜਾਬ ਇੱਕ ਖੇਤਰ ਹੈ, ਹਰਿਆਣਾ ਇੱਕ ਅਲੱਗ ਖੇਤਰ ਹੈ। ਇਸੇ ਤਰ੍ਹਾਂ ਪੰਜਾਬੀਆਂ ਨੂੰ ਜਾਤੀਵਾਦ ਦੇ ਤੌਰ 'ਤੇ ਲੋਕਤੰਤਰ ਜਿਹੜਾ ਭੰਗ ਹੁੰਦਾ ਰਹਿੰਦਾ ਹੈ। ਇਸ ਤਰ੍ਹਾਂ ਅੱਗੇ ਲੰਬੀ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਲੋਕਤੰਤਰ ਮਾਮਲਿਆਂ ਵਿੱਚ ਕੋਈ ਰੁਚੀ ਨਹੀਂ ਰਹਿੰਦੀ। ਜਦੋਂ ਕੋਈ ਵਿਅਕਤੀ ਲੰਬੇ ਸਮੇਂ ਤੱਕ ਬਿਮਾਰ ਰਹਿੰਦਾ ਹੈ ਤਾਂ ਉਸ ਦਾ ਇਲਾਜ ਲੋਕਤੰਤਰ ਦੇ ਵਿੱਚ ਨਹੀਂ ਹੁੰਦਾ, ਤਾਂ ਉਹ ਇਸ ਤੋਂ ਰੁਚੀ ਬਿਲਕੁਲ ਨਹੀਂ। ਜਾਤੀਵਾਦ ਅਤੇ ਸੰਪਰਦਾਇਕਤਾ, ਵੱਖ-ਵੱਖ ਜਾਤੀਆਂ ਅਤੇ ਸੰਪਰਦਾਵਾਂ ਲਈ ਵਿਸ਼ੇਸ਼ ਝੁਕਾਅ ਲੋਕਤੰਤਰ ਲਈ ਹਾਨੀਕਾਰਕ ਹੈ, ਕਿਉਂਕਿ ਜਿੰਨੀਆਂ ਜਾਤੀਆਂ ਨੇ ਉਹਨਾਂ ਦਾ ਝੁਕਾਅ ਆਪਣੇ ਵੱਲ ਹੈ, ਦੇਸ਼ ਦੇ ਵਿਕਾਸ ਵੱਲ ਨਹੀਂ ਹੁੰਦਾ। ਸਗੋਂ ਉਹ ਇਹ ਸੋਚ ਕੇ ਆਪਣੀ ਵੋਟ ਦਾ ਪ੍ਰਯੋਗ ਕਰਦੇ ਨੇ ਤਾਂ ਕਿ ਅਸੀਂ ਆਪਣੇ ਜਾਤੀਵਾਦ ਨੂੰ ਕਾਇਮ ਰੱਖ ਸਕੀਏ। ਅਨਪੜ੍ਹ ਵਿਅਕਤੀ ਲੋਕਤੰਤਰੀ ਮਾਮਲਿਆਂ ਵਿੱਚ ਸਕਾਰਾਤਮਕ ਭੂਮਿਕਾ ਨਹੀਂ ਨਿਭਾ ਸਕਦਾ, ਉਹ ਧੋਖੇ ਦਾ ਸ਼ਿਕਾਰ ਹੋ ਸਕਦਾ। ਦੇਖੋ, ਅਨਪੜ੍ਹ ਵਿਅਕਤੀ ਆਪਣੀ ਜਿਹੜਾ ਸਹੀ ਵੋਟ ਦਾ ਪ੍ਰਯੋਗ ਨਹੀਂ ਕਰ ਸਕਦਾ। ਜੇ ਆਪਣੇ ਕੋ ਉੱਪਰ ਨਿਸ਼ਾਨ ਦਿੱਤੇ ਹੋਣ, ਕਈ ਵਾਰੀ ਉਹ ਗਲਤ ਬਟਨ ਨਿਭਾ ਕੇ ਸਹੀ ਲੋਕਤੰਤਰ ਆਪਣੇ ਵੋਟ ਦਾ ਸਹੀ ਪ੍ਰਯੋਗ ਨਹੀਂ ਕਰ ਸਕਦਾ ਅਤੇ ਲੋਕਾਂ ਦੇ ਮਗਰ ਵੀ ਲੱਗ ਜਾਂਦਾ ਹੈ। ਕਹਿਣ ਦਾ ਭਾਵ, ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਉਸਨੂੰ ਜਾਂ ਲਾਲਚ ਦਿੱਤਾ, ਉਸੇ ਅਨੁਸਾਰ ਉਹ ਆਪਣੀ ਵੋਟ ਦਾ ਪ੍ਰਯੋਗ ਕਰਦਾ ਹੈ। ਗਰੀਬ ਵਿਅਕਤੀ ਆਪਣੀ ਵੋਟ ਵੇਚਣ ਲਈ ਮਜਬੂਰ ਹੋ ਸਕਦਾ ਅਤੇ ਉਹ ਆਪਣੇ ਵਿਚਾਰ ਸੁਤੰਤਰ ਰੂਪ ਵਿੱਚ ਨਹੀਂ ਪ੍ਰਗਟਾ ਸਕਦਾ। ਹਾਂਜੀ, ਸਭ ਤੋਂ ਵੱਡੀ ਸਮੱਸਿਆ ਲੋਕਤੰਤਰ ਦੇ ਵਿੱਚ ਗਰੀਬੀ ਹੈ। ਗਰੀਬ ਵਿਅਕਤੀ ਜਦੋਂ ਉਹਨੂੰ 2-4 ਪੈਸੇ ਮਿਲਣ ਦੀ ਆਸ ਹੁੰਦੀ ਹੈ ਤਾਂ ਉਸ ਤਰਫ ਆਪਣੀ ਵੋਟ ਵੇਚਣੀ ਸ਼ੁਰੂ ਕਰ ਦਿੰਦਾ ਹੈ। ਲੋਕ ਉਸ ਨੂੰ ਲਾਲਚ ਦਿੰਦੇ ਹਨ ਅਤੇ ਉਹ ਉਸ ਲਾਲਚ ਵਿੱਚ ਫਸ ਜਾਂਦਾ ਹੈ। ਉਹ ਆਪਣੇ ਵਿਚਾਰ ਸਹੀ, ਜੇ ਉਸ ਨੂੰ ਕੁਛ ਚੀਜ਼ ਦੀ ਜ਼ਰੂਰਤ ਹੁੰਦੀ, ਉਹ ਆਪਣੇ ਵਿਚਾਰ ਵੀ ਨਹੀਂ ਰੱਖ ਸਕਦਾ। ਤਾਂ ਇਸ ਲਈ ਲੋਕਤੰਤਰ ਦੇ ਰਸਤੇ ਦੇ ਵਿੱਚ ਜਿਹੜੀ ਗਰੀਬੀ ਬਹੁਤ ਵੱਡੀ ਰੁਕਾਵਟ ਹੈ। ਆਲਸੀ ਅਤੇ ਨਿਰਾਸ਼ ਵਿਅਕਤੀ ਲੋਕਤੰਤਰ ਦਾ ਕੋਈ ਭਲਾ ਨਹੀਂ ਕਰ ਸਕਦਾ। ਜੇ ਕਿਸੇ ਵਿਅਕਤੀ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਜਾਂ ਬੋਲਣ ਦੀ ਗੁਣ ਹੈ, ਤਾਂ ਉਹ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਉਹ ਆਲਸ ਅਤੇ ਨਿਰਾਸ਼ ਬੈਠਾ ਹੈ, ਤਾਂ ਉਹ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦਾ। ਹਾਂਜੀ, ਇਸ ਨਾਲ ਸੰਬੰਧਿਤ ਜਿਹੜੇ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਗਏ ਨੇ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਖੇਤਰਵਾਦ ਦੀ ਭਾਵਨਾ ਦਾ ਲੋਕਤੰਤਰ ਉੱਪਰ ਕੀ ਪ੍ਰਭਾਵ ਪੈਂਦਾ ਹੈ। ਖੇਤਰਵਾਦ ਜਿਹੜੀ ਲੋਕਤੰਤਰ ਦੀ ਭਾਵਨਾ ਹੈ, ਲੋਕਤੰਤਰ ਪ੍ਰਭਾਵ ਪਾਉਂਦੀ, ਰਾਸ਼ਟਰੀ ਏਕਤਾ ਭੰਗ ਕਰ ਦਿੰਦੀ ਹੈ। ਕਿਉਂਕਿ ਖੇਤਰ ਉਹਨੂੰ ਆਪਣੇ ਭਾਰਤ ਦੇ ਵਿੱਚ 28 ਰਾਜ ਨੇ, ਹਰੇਕ ਖੇਤਰ ਅਲੱਗ-ਅਲੱਗ ਪਾਇਆ ਜਾਂਦਾ। ਹਰ ਕੋਈ ਆਪਣੇ ਰਾਜ ਬਾਰੇ ਸੋਚ ਰਿਹਾ, ਦੇਸ਼ ਬਾਰੇ ਨਹੀਂ ਸੋਚਦਾ। ਤਾਂ ਇਸ ਤਰ੍ਹਾਂ ਰਾਸ਼ਟਰੀ ਏਕਤਾ ਭੰਗ ਹੋ ਸਕਦੀ ਹੈ। ਤੁਹਾਡੇ ਪਿੰਡ ਦਾ ਚਰਨ ਸਿੰਘ ਇੱਕ ਅਨਪੜ੍ਹ ਵਿਅਕਤੀ ਹੈ। ਚਰਨ ਸਿੰਘ ਨਾਲ ਲੋਕਤੰਤਰਿਕ ਮਾਮਲਿਆਂ ਸੰਬੰਧੀ ਕੀ ਹੋ ਸਕਦਾ ਹੈ। ਸਕਾਰਾਤਮਕ ਭਾਵਨਾ ਪ੍ਰਭਾਵ ਪਵੇਗਾ, ਧੋਖੇ ਦਾ ਸ਼ਿਕਾਰ ਹੋਵੇਗਾ, ਆਲਸੀ ਬਣੇਗਾ, ਕੋਈ ਨਹੀਂ ਹੋਵੇਗਾ। ਹੁਣ ਦੇਖੀਏ ਆਪਾਂ, ਜੇ ਉਹ ਅਨਪੜ੍ਹ ਹੈ ਤਾਂ ਉਹ ਕੀ ਕਰੇਗਾ। ਨਾ ਤਾਂ ਸਕਾਰਾਤਮਕ ਭੂਮਿਕਾ ਨਿਭਾ ਸਕਦਾ ਅਤੇ ਨਾ ਹੀ ਉਹ ਧੋਖੇ ਦਾ ਸ਼ਿਕਾਰ ਹੋਵੇਗਾ। ਇਸ ਲਈ ਧੋਖੇ ਦਾ ਸ਼ਿਕਾਰ ਹੋਵੇਗਾ ਜਿਹੜਾ ਦੂਸਰੇ ਦਾ। ਅੱਗੇ, ਜਾਤੀਵਾਦ ਅਤੇ ਸੰਪਰਦਾਇਕਤਾ ਲੋਕਤੰਤਰ ਲਈ ਕੀ ਹਨ। ਜਾਤੀਵਾਦ ਅਤੇ ਸੰਪਰਦਾਇਕਤਾ ਲੋਕਾਂ ਦੀ ਜਿਹੜੇ ਲੋਕਤੰਤਰ ਹਾਨੀਕਾਰਕ ਹਨ। ਕਿਉਂਕਿ ਇਹ ਜਾਤੀਵਾਦ ਹਮੇਸ਼ਾ ਆਪਣੇ ਜਿਹੜੇ ਜਾਤ ਨੂੰ ਜਿਹੜੀ ਆਪਣਾ ਪਹਿਲ ਦੇ ਆਧਾਰ 'ਤੇ ਵੋਟ ਦਾ ਪ੍ਰਯੋਗ ਕਰਦੇ ਨੇ, ਉਸ ਨੂੰ ਅੱਗੇ ਕਮਿਊਨਿਟੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ, ਅੱਗੇ ਨੈਕਸਟ, ਤੁਹਾਡੇ ਨੇੜੇ ਇੱਕ ਗਰੀਬ ਵਿਅਕਤੀ ਲੋਕਤੰਤਰ ਪ੍ਰਣਾਲੀ ਕਿਸ ਤਰ੍ਹਾਂ ਰੁਕਾਵਟ ਬਣ ਸਕਦਾ ਹੈ। ਉਹ ਆਪਣੀ ਵੋਟ ਵੇਚ ਸਕਦਾ ਹੈ, ਵਿਚਾਰ ਨਹੀਂ ਪ੍ਰਗਟਾ ਸਕਦਾ। ਕਿਉਂਕਿ ਗਰੀਬ ਵਿਅਕਤੀ ਜਦੋਂ ਲਾਲਚ ਵਿੱਚ ਆ ਜਾਂਦਾ ਹੈ ਤਾਂ ਆਪਣੀ ਵੋਟ ਵੇਚ ਦਿੰਦਾ,
ਕਿਉਂਕਿ 2-4 ਪੈਸੇ ਲੈ ਕੇ 500,000 ਲੈ ਕੇ ਉਸ ਵੋਟ ਨੂੰ ਵੇਚ ਸਕਦਾ ਹੈ ਤੇ ਆਪਣੇ ਜਿਹੜੇ ਵਿਚਾਰ ਨੇ ਆਪਣੇ ਵਿਚਾਰਾਂ ਨੂੰ ਦਬਾ ਲੈਂਦਾ ਹੈ ਜਾਂ ਉਸ ਦੇ ਵਿਚਾਰਾਂ ਨੂੰ ਦਬਾ ਦਿੱਤਾ ਜਾਂਦਾ ਹੈ। ਤਾਂ ਇਸ ਲਈ ਜਿਹੜੇ ਊੜਾ ਤੇ ਐੜਾ ਆਪਸ਼ਨ ਦੋਨੋਂ ਸਹੀ ਨੇ ਤੇ ਇਸ ਲਈ ਸੱਸਾ ਉੱਤਰ ਬਿਲਕੁਲ ਸਹੀ ਆਵੇਗਾ। ਹਾਂਜੀ ਬੇਟੇ, ਇਸ ਨੂੰ ਆਪਣੀ ਕਾਪੀਆਂ ਤੇ ਲਿਖ ਕੇ ਯਾਦ ਕਰਨਾ ਹੈ। ਬਹੁਤ ਬਹੁਤ ਧੰਨਵਾਦ ਬੇਟੇ।